ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਰੂਸ ਦੇ ਖਤਰਨਾਕ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਸੀ ਜੋ ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਮਿਲੇ। 13 ਹਥਿਆਰਾਂ ਨੂੰ ਲੈ ਕੇ ਅਮਰੀਕਾ ਦੇ ਹਥਿਆਰਾਂ ਦੇ ਡੀਲਰ ਨੇ ਦੱਸਿਆ ਕਿ ਜਿਹੜਾ ਗ੍ਰੇਨੇਡ ਲਾਂਚਰ ਬਰਾਮਦ ਹੋਇਆ ਹੈ ਉਹ ਰੂਸ ਦਾ GP-25 ਹੈ ਜੋ ਕਿ ਬਹੁਤ ਹੀ ਖਤਰਨਾਕ ਹੈ। ਉਹਨਾਂ ਮੁਤਾਬਕ ਕਿ AK-47 ਦੀ ਰਾਈਫਲ ਤੇ ਬਹੁਤ ਸੌਖਾ ਅਟੈਚ ਹੋ ਜਾਂਦਾ ਹੈ। ਇਸ ਲਾਂਚਰ ਦੀਆਂ ਕਈ ਦੇਸ਼ਾਂ ਦੀਆਂ ਫੌਜਾਂ ਇਸਤੇਮਾਲ ਕਰਦੀਆਂ ਨੇ। ये एक डेंजरस अंडर बैरल ग्रेनेड लॉन्चर है जो कि 40 mm का हाई वेलोसिटी एक्सप्लोसिव राउंड फायर करता है। इसकी रेंज कुछ 400 मीटर तक है और इसे हर वेदर कंडीशन में फायर किया जा सकता है। ग्रेनेड ਨੂੰ ਲੈ ਕੇ ਵੀ ਸਲੌਦੀ ਨੇ ਖੁਲਾਸਾ ਕੀਤਾ। ਸਲੌਦੀ ਦਾ ਕਹਿਣਾ ਹੈ ਕਿ 40 mm ਗ੍ਰੇਨੇਡ ਬਹੁਤ ਖਤਰਨਾਕ ਹੈ। ਫਾਇਰ ਕਰਨ ਦੇ ਉੱਤੇ ਜੇ ਗ੍ਰੇਨੇਡ ਐਕਸਪਲੋਡ ਨਾ ਹੋਵੇ ਤਾਂ ਫਿਰ ਆਟੋ ਐਕਸਪਲੋਡ ਹੋ ਜਾਂਦਾ ਹੈ। 40 mm ग्रेनेड की जो ये GP-25 लॉन्चर फायर करता है, 40 mm ग्रेनेड जहां भी हिट करता है उसका किल जोन रेडियस कुछ 5 मीटर है और उसका कैजुअल्टी जोन रेडियस कुछ 15 मीटर है। ਸਲੌਦੀ ਉਹੀ ਹਥਿਆਰਾਂ ਦਾ ਡੀਲਰ ਹੈ ਜਿਸ ਤੋਂ ਸਿੱਧੂ ਮੂਸੇਵਾਲਾ ਨੇ ਬੁਲੇਟ ਪ੍ਰੂਫ ਜੈਕਟ ਮੰਗੀ ਸੀ। ਉਦੋਂ ਮੂਸੇਵਾਲਾ ਕਤਲकांड ਦੇ ਵਿੱਚ ਸ਼ੂਟਰਾਂ ਨੇ ਕਰੋਲਾ ਕਾਰ ਦੀ ਵਰਤੋਂ ਕੀਤੀ ਸੀ ਜੋ ਮੂਸੇਵਾਲਾ ਦੀ ਥਾਰ ਦਾ ਪਿੱਛਾ ਕਰ ਰਹੀ ਸੀ ਤੇ ਹੁਣ ਖੁਲਾਸਾ ਹੋਇਆ ਹੈ ਕਿ ਇਹ ਕਰੋਲਾ ਸ਼ੂਟਰਾਂ ਦੇ ਕੋਲ ਆਈ ਕਿੱਥੋਂ ਸੀ। ਤੇ ਇਹ ਕਰੋਲਾ ਕਾਰ ਮਨਪ੍ਰੀਤ ਭਾਊ ਨੇ ਜਗਰੂਪ ਰੂਪਾ ਸ਼ੂਟਰ ਨੂੰ ਦਿੱਤੀ ਤੇ ਕਰੋਲਾ ਕਾਰ ਦੇਣ ਦੀ ਥਾਂ ਕੋਟਕਪੁਰਾ ਹਾਈਵੇ ਤੇ ਗ੍ਰੀਨ ਢਾਬੇ ਦੇ ਕੋਲ ਸੀ ਤੇ ਨਿਊਜ਼ 18 ਉਸ ਥਾਂ ਦੇ ਉੱਤੇ ਪਹੁੰਚਿਆ ਜਿੱਥੇ ਕਰੋਲਾ ਕਾਰ ਭਾਊ ਨੇ ਰੂਪੇ ਨੂੰ ਦਿੱਤੀ ਸੀ ਤੇ ਇਹ ਕਾਰ ਭਾਊ ਨੂੰ ਦੇਣ ਦੇ ਲਈ ਗੋਲਡੀ ਬਰਾੜ ਨੇ ਕਿਹਾ ਸੀ ਕਿ ਦੋ ਗੱਡੀਆਂ ਵਰਤੀਆਂ ਗਈਆਂ ਸੀ, ਬਲੈਰੋ ਔਰ ਕਰੋਲਾ ਗੱਡੀ। ਔਰ ਜਿਹੜੀ ਕਰੋਲਾ ਗੱਡੀ ਹੈ ਮਨਪ੍ਰੀਤ ਮੰਨਾ ਦੇ ਔਰ ਸਰਾਜ ਮੰਟੂ ਦੇ ਦੋਵਾਂ ਦੇ ਕਹਿਣ ਤੋਂ ਬਾਅਦ ਜਿਹੜੀ ਹੈ ਉਹ ਮਨਪ੍ਰੀਤ ਪਾਊ ਜਿਹੜਾ ਕਿ ਕੋਟਕਪੁਰੇ ਦੇ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਹੈ, ਉਸ ਵੱਲੋਂ ਇਸ ਜਗ੍ਹਾ ਤੇ ਗ੍ਰੀਨ ਢਾਬੇ ਦੀ ਜਿਹੜੇ ਕਿ ਉਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਗ੍ਰੀਨ ਢਾਬੇ ਦੇ ਨਜ਼ਦੀਕ ਜਿਹੜਾ ਗੱਡੀ ਹੈ ਉਹ ਜਗਰੂਪ ਸਿੰਘ ਰੂਪਾ ਨੂੰ ਸੌਂਪੀ ਗਈ ਸੀ। ਕਰੋਲਾ ਕਾਰ ਦੇਣ ਦੇ ਲਈ ਇਹ ਥਾਂ ਇਸ ਲਈ ਚੁਣੀ ਗਈ ਕਿਉਂਕਿ ਇੱਥੇ ਨੇੜੇ ਕੋਈ CCTV ਨਹੀਂ ਹੈ ਤੇ ਇਸ ਦਾ ਖੁਲਾਸਾ ਪੰਜਾਬ ਪੁਲਿਸ ਦੀ ਗਿਰਫਤ ਦੇ ਵਿੱਚ ਆਏ ਮਨਪ੍ਰੀਤ ਮੰਨਾ ਨੇ ਕੀਤਾ ਹੈ। ਮੰਨਾ ਨੇ ਦੱਸਿਆ ਕਿ ਜੇਲ੍ਹ 'ਚ ਉਹ ਸਾਰਜ ਮਿੰਟੂ ਨੂੰ ਮਿਲਿਆ ਸੀ ਤੇ ਉੱਥੇ ਹੀ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਹੋਈ ਤੇ ਗੱਡੀ ਦੇਣ ਦੀ ਜ਼ਿੰਮੇਵਾਰੀ ਮਨਪ੍ਰੀਤ ਭਾਊ ਨੂੰ ਦਿੱਤੀ ਗਈ ਤੇ ਕਤਲ ਦੇ 2 ਦਿਨ ਪਹਿਲਾਂ ਇਹ ਗੱਡੀ ਦਿੱਤੀ ਗਈ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀ ਖੁਲਾਸਾ ਕੀਤਾ ਕਿ ਵਾਰਦਾਤ ਸਮੇਂ ਜਗਰੂਪ ਰੂਪਾ ਹੀ ਕਾਰ ਚਲਾ ਰਿਹਾ ਸੀ ਤੇ ਮੰਨੂ ਵੀ ਇਸ ਗੱਡੀ ਦੇ ਵਿੱਚ ਮੌਜੂਦ ਸੀ। ਤਾਂ ਮੂਸੇਵਾਲਾ ਕਤਲकांड ਦੇ ਵਿੱਚ ਲਗਾਤਾਰ ਖੁਲਾਸੇ ਹੋ ਰਹੇ ਨੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਮੌਸਮ ਦੀ ਕਰਾਂਗੇ। ਅੰਮ੍ਰਿਤਸਰ ਦੇ ਵਿੱਚ ਆਏ ਤੂਫਾਨ ਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ਰਧਾਲੂਆਂ ਦੇ ਲਈ ਲਗਾਏ ਗਏ ਟੈਂਟ ਉਖੜ ਗਏ। ਮੀਂਹ ਤੋਂ ਬਾਅਦ ਤੋਂ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਮੀਂਹ ਦੀ ਵਜ੍ਹਾ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਦੀ ਵਜ੍ਹਾ ਨਾਲ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਰਧਾਲੂਆਂ ਦੇ ਲਈ ਲਗਾਏ ਗਏ ਟੈਂਟ ਉਖੜ ਗਏ। ਰਾਹਤ ਦੀ ਗੱਲ ਰਹੀ ਕਿ ਇਸ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੁਰੂ ਘਰ ਦੇ ਵਿੱਚ ਮੌਜੂਦ ਸ਼ਰਧਾਲੂਆਂ ਦੇ ਵਿੱਚੋਂ ਕਿਸੇ ਇੱਕ ਨੇ ਤੂਫਾਨ ਦੇ ਨਾਲ ਹੋ ਰਹੀ ਤਬਾਹੀ ਦਾ ਵੀਡੀਓ ਵੀ ਬਣਾਇਆ। ਤੂਫਾਨ ਤੋਂ ਬਾਅਦ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਤਬਾਹੀ ਦਾ ਮੰਜ਼ਰ ਨਜ਼ਰ ਆਉਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਟਾਈਗਰ ਫੈਮਿਲੀ ਦੀ ਹਾਈਵੇ ਵਾਕ। ਤਸਵੀਰਾਂ ਦੇਖੋ, ਇੱਕ ਬਾਗਿਨ ਐਸ਼ਵਰਿਆ ਦੇ ਨਾਲ ਪੂਰੀ ਦੀ ਪੂਰੀ ਟਾਈਗਰ ਫੈਮਿਲੀ ਵਾਕ ਦੇ ਉੱਤੇ ਨਿਕਲੀ ਹੈ। ਵਿਚਾਲੇ ਸੜਕ ਚਹਿਲਕਦਮੀ ਕਰ ਰਹੀ ਹੈ ਆਪਣੇ ਸ਼ਾਵਕਾਂ ਦੇ ਨਾਲ। ਕਾਫੀ ਦੇਰ ਤੱਕ ਟਹਿਲਦੀ ਰਹੀ ਅਤੇ ਇਸ ਵਿਚਾਲੇ ਟ੍ਰੈਫਿਕ ਵੀ ਰੁਕਿਆ ਰਿਹਾ। ਉੱਥੋਂ ਲੰਘਣ ਵਾਲੇ ਲੋਕ ਵੀ ਟਾਈਗਰ ਫੈਮਿਲੀ ਨੂੰ ਦੇਖਦੇ ਰਹੇ। ਇਹ ਤਸਵੀਰਾਂ ਨੇ ਰਣਥੰਭੌਰ ਤੋਂ ਗੁਜ਼ਰਨ ਵਾਲੇ ਨੈਸ਼ਨਲ ਹਾਈਵੇ 552 ਦੀਆਂ। ਰਣਥੰਭੌਰ ਰਾਜਸਥਾਨ ਦੀਆਂ ਇਹ ਤਸਵੀਰਾਂ ਨੇ ਤੇ ਇਸ ਵਾਗਿਨ ਦਾ ਨਾਮ ਐਸ਼ਵਰਿਆ ਰੱਖਿਆ ਗਿਆ ਜੋ ਆਪਣੀ ਪੂਰੀ ਫੈਮਿਲੀ ਦੇ ਨਾਲ ਸੜਕ ਦੇ ਉੱਤੇ ਚਹਿਲਕਦਮੀ ਕਰਦੀ ਹੋਈ ਨਜ਼ਰ ਆਈ। ਉਧਰ ਚਰਖੀ ਦਾਦਰੀ ਦੀ 104 ਸਾਲਾ ਬਜ਼ੁਰਗ ਦੇ ਹੌਸਲੇ ਬੁਲੰਦ ਨੇ ਤੇ ਇਸ 104 ਸਾਲਾ ਮਹਿਲਾ ਨੇ 100 ਮੀਟਰ ਰੇਸ ਦੇ ਵਿੱਚ ਨਵਾਂ ਰਿਕਾਰਡ ਬਣਾਇਆ। 104 ਸਾਲਾਂ ਦੀ ਜਵਾਨ ਲੇਡੀ, ਜੀ ਹਾਂ 104 ਸਾਲਾਂ ਦੀ ਜਵਾਨ ਲੇਡੀ। ਜਵਾਨ ਇਸ ਕਰਕੇ ਕਿਉਂਕਿ 104 ਸਾਲ ਦੀ ਉਮਰ ਦੇ ਵਿੱਚ ਵੀ ਰਿਕਾਰਡ ਬਣਾ ਰਹੀ ਹੈ। 104 ਸਾਲਾ ਰਾਮਬਾਈ ਨੇ ਗੁਜਰਾਤ ਦੇ ਵਿੱਚ ਹੋਈਆਂ ਕੌਮੀ ਓਪਨ ਮਾਸਟਰਸ ਐਥਲੈਟਿਕਸ ਦੇ ਵਿੱਚ 4 골ਡ ਮੈਡਲ ਜਿੱਤੇ ਨੇ ਤੇ 45.40 ਸੈਕਿੰਡ ਦੇ ਵਿੱਚ 100 ਮੀਟਰ ਦੀ ਰੇਸ ਜਿੱਤ ਕੇ ਰਿਕਾਰਡ ਕਾਇਮ ਕੀਤਾ। ਦੌੜਾਕ ਸਿਰਫ ਰਾਮਬਾਈ ਨਹੀਂ ਸਗੋਂ ਉਸਦਾ ਬੇਟਾ, ਧੀ ਅਤੇ ਨੂੰਹ ਵੀ ਹੈ ਤੇ ਉਹਨਾਂ ਨੇ ਵੀ ਮੈਡਲ ਜਿੱਤੇ। मेरी सासू को 4 मेडल मिले, मेरे को 2, हमारी ननद को 1,
हमारे हस्बैंड को 104 साल की है। ਰਾਮ ਬਾਈ ਇਸ ਉਮਰ ਦੇ ਵਿੱਚ ਘਰ ਦਾ ਕੰਮ ਵੀ ਕਰਦੀ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਐਕਸਰਸਾਈਜ਼ ਵੀ ਕਰਦੀ ਹੈ। खाना पीना बाद लागो घी दूध दही काम करो उनके मैं अपना हाथ से ਮੰਜ਼ਿਲ ਪਾਉਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਜੇ ਦਿਲ ਦੇ ਵਿੱਚ ਠਾਣ ਲਈ ਜਾਵੇ ਤਾਂ ਹਰ ਕੋਸ਼ਿਸ਼ ਕਾਮਯਾਬ ਹੁੰਦੀ ਹੈ ਤੇ ਰਾਮ ਬਾਈ ਦਾ ਹੌਸਲਾ ਆਉਣ ਵਾਲੀ ਪੀੜ੍ਹੀਆਂ ਦੇ ਲਈ ਮਿਸਾਲ ਹੋਵੇਗਾ। ਅੱਗੇ ਵਧਦੇ ਇਸ ਵਿੱਚ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਹੈ। 27 ਮਈ ਨੂੰ ਹੀ ਮੂਸੇਵਾਲਾ ਨੂੰ ਮਾਰਨ ਦੀ ਪਲੈਨਿੰਗ ਸੀ। ਇਹ ਵੱਡੀ ਖਬਰ ਹੈ ਔਰ ਤੁਹਾਨੂੰ ਦੱਸ ਦਈਏ ਕਿ ਦਿੱਲੀ ਪੁਲਿਸ ਦੇ ਕੋਲ ਸਪੈਸ਼ਲ ਸੈੱਲ ਦੇ ਕੋਲ ਪ੍ਰਿਯਵਰਤ ਫੌਜੀ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ 27 ਮਈ ਨੂੰ ਹੀ ਮੂਸੇਵਾਲਾ ਨੂੰ ਮਾਰਨ ਦਾ ਪਲਾਨ ਸੀ, ਯਾਨੀ ਕਿ 2 ਦਿਨ ਪਹਿਲਾਂ ਹੀ ਐਤਵਾਰ ਨੂੰ ਇਹ ਪੂਰਾ ਵਾਕਿਆ ਹੋਇਆ, ਵਾਰਦਾਤ ਹੋਈ ਹੈ ਜਦੋਂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਉਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਮਾਰਨ ਦੀ ਪਲੈਨਿੰਗ ਸੀ। ਮੂਸੇਵਾਲਾ ਕਤਲकांड ਦੇ ਨਾਲ ਇੱਕ ਹੋਰ ਖੁਲਾਸਾ ਜੁੜਿਆ ਹੋਇਆ ਕੀਤਾ ਜਾ ਰਿਹਾ ਹੈ। 27 ਮਈ ਨੂੰ ਹੀ ਮੂਸੇਵਾਲਾ ਨੂੰ ਮਾਰਨ ਦਾ ਪਲਾਨ ਘੜਿਆ ਗਿਆ ਸੀ। 27 ਮਈ ਨੂੰ ਘਰ ਤੋਂ ਸਿੱਧੂ ਮੂਸੇਵਾਲਾ ਇਕੱਲਾ ਨਿਕਲਿਆ ਸੀ। ਹਾਲਾਂਕਿ ਸ਼ੂਟਰਾਂ ਨੇ ਮੂਸੇਵਾਲਾ ਦੀ ਗੱਡੀ ਦਾ ਪਿੱਛਾ ਉਸ ਦਿਨ ਵੀ ਕੀਤਾ, ਯਾਨੀ ਸ਼ੁੱਕਰਵਾਰ ਨੂੰ ਵੀ ਪਿੱਛਾ ਕੀਤਾ ਜਾਂਦਾ ਹੈ, ਪਰ ਜ਼ਿਆਦਾ ਦੇਰ ਤੱਕ ਮੂਸੇਵਾਲਾ ਦਾ ਪਿੱਛਾ ਉਹ ਨਹੀਂ ਕਰ ਸਕੇ ਸਨ। ਇਸ ਦੀ ਵਜ੍ਹਾ ਕੀ ਸੀ, ਇਹ ਵੀ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ। ਪੁੱਛਗਿੱਛ ਦੇ ਵਿੱਚ ਖੁਲਾਸੇ ਹੋਣਗੇ, ਪਰ ਲੱਗ ਰਿਹਾ ਕਿ ਜਾਂ ਤਾਂ ਮੂਸੇਵਾਲਾ ਦੀ ਗੱਡੀ ਤੇਜ਼ ਸੀ ਜਾਂ ਫਿਰ ਉਹ ਅਜਿਹੇ ਇਲਾਕੇ ਦੇ ਵਿੱਚ ਚਲਾ ਗਿਆ ਜਿੱਥੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਨਹੀਂ ਚਾਹੁੰਦੇ ਸੀ। ਤਾਂ 27 ਮਈ ਨੂੰ ਘਰੋਂ ਇਕੱਲਾ ਹੀ ਨਿਕਲਿਆ ਸੀ ਮੂਸੇਵਾਲਾ ਔਰ 29 ਤਰੀਕ ਨੂੰ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ, ਯਾਨੀ ਕਿ 27 ਮਈ ਨੂੰ ਵੀ ਕਤਲ ਕਰਨ ਦੀ ਪਲਾਨਿੰਗ ਸੀ, ਪਰ 29 ਮਈ ਨੂੰ ਹੀ ਜਿਹੜੇ ਇਹ ਗੈਂਗਸਟਰਸ ਨੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਏ। ਹੋਰ ਜਾਣਕਾਰੀ ਦੇ ਲਈ ਸਿੱਧਾ ਰੁਖ ਕਰਦੇ ਹਾਂ, ਸਾਡੇ ਸਹਿਯੋਗੀ ਮਨੋਜ ਰਾਠੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਗੌਰਵ, ਜੇਕਰ ਤੁਸੀਂ ਆਵਾਜ਼ ਸੁਣ ਰਹੇ ਹੋ ਤਾਂ ਇਹ ਜਿਹੜੀ ਜਾਣਕਾਰੀ ਮਿਲੀ ਹੈ, ਹੁਣ ਦਿੱਲੀ ਜਿਹੜੀ ਪੁਲਿਸ ਹੈ ਉਹ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਜਿਹੜਾ ਪ੍ਰਿਯਵਰਤ ਫੌਜੀ ਹੈ, ਕਿਉਂਕਿ ਇਹ ਮੇਨ ਲੀਡ ਕਰ ਰਿਹਾ ਸੀਗਾ ਤੇ ਇਹਨੇ ਹੁਣ ਪੁੱਛਗਿੱਛ ਵਿੱਚ ਦੱਸਿਆ ਕਿ ਸਾਡੀ ਜਿਹੜੀ ਪਲੈਨਿੰਗ ਹੈ ਉਹ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਤੇ ਅਸੀਂ ਉੱਥੇ ਪਹੁੰਚੇ ਸੀਗੇ, ਯਾਨੀ ਕਿ 3-4 ਦਿਨਾਂ ਦੇ ਅੰਦਰ ਅੰਦਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਜਿਹੜੀ ਹੈਗੀ ਉਹ ਵਾਰਦਾਤ ਨੂੰ ਅੰਜਾਮ ਦੇਣ ਤੇ ਸਿੱਧੂ ਨੂੰ ਠਿਕਾਣੇ ਲਾ ਕੇ ਉੱਥੋਂ ਫਰਾਰ ਹੋ ਜਾਣ। 27 ਮਈ ਨੂੰ ਵੀ 27 ਮਈ ਦਾ ਨਾਂ ਇਸ ਕਰਕੇ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਕਿਸੇ ਕੋਰਟ ਕੇਸ ਦੇ ਸਿਲਸਿਲੇ 'ਚ ਘਰ ਤੋਂ ਨਿਕਲਿਆ ਹੈ। ਹਾਲਾਂਕਿ ਉਸ ਟਾਈਮ ਵੀ ਇਹਦੇ ਪਿੱਛੇ ਗੱਡੀਆਂ ਲਾਈ ਹੈ, ਜਿਹੜੇ ਦੱਸ ਰਹੇ ਨੇ ਕਿ ਪ੍ਰਿਯਵਰਤ ਫੌਜੀ ਤੇ ਹੋਰ ਇਹਨਾਂ ਦੇ ਨਾਲ ਸਾਥੀ ਸੀ। ਬਲੈਰੋ ਗੱਡੀ ਤੇ ਹੀ ਤੇ ਹੋਰ ਜਿਹੜੀ ਕਰੋਲਾ ਗੱਡੀ ਹੈ ਇਹਦੇ ਤੇ ਇਹ ਜਿਹੜੇ ਸ਼ਾਰਪ ਸ਼ੂਟਰ ਸੀ ਇਹਨਾਂ ਨੇ ਗੱਡੀ ਪਿੱਛੇ ਲਾਈ। 27 ਮਈ ਨੂੰ ਦੱਸਿਆ ਜਾ ਰਿਹਾ ਕਿ ਸਵੇਰੇ ਕਰੀਬ 11:30 ਵਜੇ ਦਾ ਸਮਾਂ ਸੀ ਜਦ ਇਹ ਗੱਡੀਆਂ ਪਿੱਛੇ ਲਾ ਕੇ ਉਹਨਾਂ ਦਾ ਪਿੱਛਾ ਕੀਤਾ, ਲੇਕਿਨ ਜਿਹੜੇ ਸਿੱਧੂ ਮੂਸੇਵਾਲਾ ਸੀਗਾ ਉਹ ਹਾਈਵੇ ਤੇ ਪਹੁੰਚ ਗਏ ਤੇ ਹਾਈਵੇ ਤੇ ਕਾਫੀ ਤੇਜ਼ ਰਫ਼ਤਾਰ ਦੇ ਸੀਗੇ, ਗੱਡੀ ਵੀ ਉਹਨਾਂ ਦੇ ਕੋਲ ਦੂਜੀ ਸੀਗੀ ਬੁਲਟ ਪ੍ਰੂਫ ਤੇ ਔਰ ਕਾਫੀ ਰਸ਼ ਸੀਗਾ ਮੇਨ ਹਾਈਵੇ ਤੇ। ਉਹ ਇਹ ਸੋਚ ਰਹੇ ਸੀਗੇ ਕਿ ਅੰਦਰ ਦੀ ਸੜਕਾਂ ਤੋਂ ਜਾਓਗੇ, ਜਿਹੜੇ ਅੰਦਰ ਦੇ ਜਿਹੜੇ ਪਿੰਡ ਦੇ ਰਾਸਤੇ ਨੇ ਉੱਥੋਂ ਜਾਣਗੇ, ਲੇਕਿਨ ਸਿੱਧੂ ਮੂਸੇਵਾਲਾ ਸਿੱਧਾ ਮੇਨ ਹਾਈਵੇ ਤੇ ਨਿਕਲ ਗਏ। ਇਸ ਕਰਕੇ ਉਹ ਪਲਾਨ ਜਿਹੜਾ ਹੈ ਉਹ ਫੇਲ ਹੋ ਗਿਆ। ਜਿਹੜੀ ਹੁਣ ਤੱਕ ਵੀ ਪੁੱਛਗਿੱਛ ਵਿੱਚ ਜਿਹੜਾ ਇਹਨੇ ਦੱਸਿਆ ਹੈ, ਪ੍ਰਿਯਵਰਤ ਫੌਜੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੀ ਇਹਨਾਂ ਦੀ ਪਲੈਨਿੰਗ ਸੀ, ਕਿਸ ਤਰ੍ਹਾਂ ਦੀ ਇਹਨਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। 48 ਘੰਟੇ ਪਹਿਲਾਂ, ਯਾਨੀ ਕਿ 29 ਮਈ ਨੂੰ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਲੇਕਿਨ 48 ਘੰਟੇ ਪਹਿਲਾਂ ਹੀ ਇਹ ਕੋਸ਼ਿਸ਼ ਕੀਤੀ ਸੀ ਕਿ ਸਿੱਧੂ ਮੂਸੇਵਾਲੇ ਨੂੰ ਜਿਹੜਾ ਹੈਗਾ ਉਹਦਾ ਮਰਡਰ ਕੀਤਾ ਜਾਵੇ, ਲੇਕਿਨ ਉਹ ਪਲਾਨ ਜਿਹੜਾ ਹੈ ਇਹਨਾਂ ਦਾ ਫੇਲ ਹੋ ਗਿਆ ਕਿਉਂਕਿ ਮੇਨ ਹਾਈਵੇ ਤੇ ਇੱਕਦਮ ਜਿਹੜਾ ਸਿੱਧੂ ਮੂਸੇਵਾਲਾ ਉਹ ਨਿਕਲ ਗਿਆ ਤੇ ਕਾਫੀ ਤੇਜ਼ ਰਫ਼ਤਾਰ ਨਾਲ ਉਹ ਚਲਾ ਗਿਆ ਤੇ ਮੇਨ ਹਾਈਵੇ ਤੇ ਕਾਫੀ ਰਸ਼ ਵੀ ਸੀਗਾ। ਇਸ ਕਰਕੇ ਇਹਨਾਂ ਦੀ ਜਿਹੜੀ ਪਲੈਨਿੰਗ ਹੈ ਉਹ ਫੇਲ ਹੋ ਗਈ। ਇਸ ਕਰਕੇ ਉਹਨਾਂ ਨੇ ਫਿਰ ਵੇਟ ਕੀਤਾ ਤੇ 29 ਤਰੀਕ ਦਾ ਦਿਨ 29 ਮਈ ਦਾ ਦਿਨ ਜਦ ਇਹ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਪੂਰੀ ਪਲੈਨਿੰਗ ਸੀ ਸਵੇਰ ਤੋਂ ਲੈ ਕੇ। ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਤਾਂ ਵੱਡਾ ਖੁਲਾਸਾ ਲਾਜ਼ਮੀ ਤੌਰ ਤੇ ਹੈ ਕਿਉਂਕਿ ਪਲੈਨਿੰਗ ਤਾਂ ਬਹੁਤ ਲੰਬੀ ਚੱਲ ਰਹੀ ਸੀ। ਜਨਵਰੀ ਜਾਂ ਫਿਰ ਦਸੰਬਰ ਤੋਂ ਹੀ ਜਿਹੜੀ ਪੂਰੀ ਪਲੈਨਿੰਗ ਸਿੱਧੂ ਮੂਸੇਵਾਲਾ ਦੇ ਕਤਲ ਦੀ ਚੱਲ ਰਹੀ ਸੀ ਔਰ ਜਿਸ ਤਰੀਕੇ ਨਾਲ ਪੁਲਿਸ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ, ਪਰ ਕਤਲ ਦਾ ਕੀ ਦਿਨ ਮੁਕਰਰ ਕਰ ਲਿਆ ਗਿਆ ਸੀ ਕਿ 29 ਤਰੀਕ ਨੂੰ। ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿਉਂਕਿ ਜੋ ਜਾਣਕਾਰੀ ਇਸ ਸਮੇਂ ਮਿਲ ਰਹੀ ਹੈ ਕਿ 27 ਤਰੀਕ ਨੂੰ, ਯਾਨੀ ਕਿ ਇੱਕ ਦਿਨ ਪਹਿਲਾਂ ਵੀ 29 ਤਰੀਕ ਨੂੰ ਇਹ ਪੂਰਾ ਕਤਲ ਹੋਇਆ ਹੈ, 28 ਤੋਂ ਉਸ ਤੋਂ ਪਹਿਲਾਂ 27 ਤਰੀਕ ਨੂੰ ਜਦੋਂ ਸਿੱਧੂ ਮੂਸੇਵਾਲਾ ਘਰ ਤੋਂ ਨਿਕਲਦੇ ਨੇ ਕਿਸੇ ਕੋਰਟ ਦੇ ਵਿੱਚ ਕੋਈ ਸੁਣਵਾਈ ਦੇ ਸਿਲਸਿਲੇ ਦੇ ਵਿੱਚ, ਤਾਂ ਉਦੋਂ ਵੀ ਇਹ ਵੀ ਜਾਣਕਾਰੀ ਹੈ ਕਿ ਕਰੋਲਾ ਅਤੇ ਬਲੈਰੋ ਸੇਮ ਗੱਡੀਆਂ ਸੀ, ਉਸ ਦਿਨ ਵੀ ਪਿੱਛਾ ਕਰ ਰਹੀਆਂ ਸੀ। ਲਾਜ਼ਮੀ ਤੌਰ ਤੇ ਪੁਲਿਸ ਹੁਣ ਦੁਬਾਰਾ ਸੀਸੀਟੀਵੀ ਖੰਗਾਲਣ ਦੀ ਵੀ ਕੋਸ਼ਿਸ਼ ਕਰੇਗੀ ਕਿ ਉਸ ਦਿਨ ਵੀ ਕਿਸ ਤਰੀਕੇ ਨਾਲ ਪਿੱਛਾ ਕੀਤਾ ਗਿਆ। ਪਰ ਜਾਣਕਾਰੀ ਇਹ ਵੀ ਹੈ ਕਿ ਜਿਹੜੇ ਸ਼ੂਟਰ ਉਸ ਦਿਨ ਜਾ ਰਹੇ ਸੀ ਤਾਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਹ ਪਿੰਡਾਂ ਵਾਲੇ ਰਾਹ ਤੋਂ ਹੀ ਸਿੱਧੂ ਮੂਸੇਵਾਲਾ ਕੋਰਟ ਤੱਕ ਜਾਏਗਾ, ਪਰ ਹਾਈਵੇ ਦਾ ਰਾਹ ਚੁਣਿਆ ਗਿਆ ਤੇ ਇਸ ਕਰਕੇ
ਜਿਹੜਾ ਸਿੱਧੂ ਮੂਸੇਵਾਲਾ ਦਾ ਪਿੱਛਾ ਉਹ ਜ਼ਿਆਦਾ ਦੇਰ ਕਰ ਨਹੀਂ ਸਕੇ ਤੇ ਉਹਨਾਂ ਨੇ ਫਿਰ ਆਪਣਾ ਜਿਹੜਾ ਇੱਕ ਪਲਾਨ ਸੀ ਉਸ ਨੂੰ ਡ੍ਰੌਪ ਕਰ ਦਿੱਤਾ 27 ਤਰੀਕ ਨੂੰ ਤੇ ਉਸ ਤੋਂ ਬਾਅਦ 29 ਤਰੀਕ ਨੂੰ ਇੱਕ ਵਾਰ ਫਿਰ ਤੋਂ ਇੰਤਜ਼ਾਰ ਤੋਂ ਬਾਅਦ ਪਿੱਛਾ ਕੀਤਾ ਗਿਆ, ਹਮਲਾ ਕੀਤਾ ਗਿਆ ਤੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਔਰ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਹਨ।